ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦੇਖ ਰਹੀ ਯੂਕੇ ਯੂਰਪ ਅਤੇ ਦੇਸ਼ ਵਿਦੇਸ਼ ਦੀ ਸੰਗਤ ਦਾ ਸਵਾਗਤ ਹੈ। ਸੋ ਅਸੀਂ ਪਹੁੰਚੇ ਹਾਂ ਪਿੰਡ ਪਹੂਵਿੰਡ, ਜ਼ਿਲ੍ਹਾ ਤਰਨਤਾਰਨ। ਬਾਬਾ ਦੀਪ ਸਿੰਘ ਜੀ ਦਾ ਪਿੰਡ ਹੈ ਤੇ ਉਹਨਾਂ ਦਾ ਜਨਮ ਦਿਹਾੜਾ ਸਮੁੱਚੀ ਦੁਨੀਆ ਦੇ ਵਿੱਚ ਵਸਦਾ ਸਿੱਖ ਭਾਈਚਾਰਾ ਸ਼ਰਧਾ ਅਤੇ ਸਤਿਕਾਰ ਦੇ ਨਾਲ ਮਨਾ ਰਿਹਾ ਹੈ। ਸੋ ਅਸੀਂ ਅੱਜ ਤੁਹਾਨੂੰ ਇਸ ਪ੍ਰੋਗਰਾਮ ਦੇ ਰਾਹੀਂ ਦਰਸ਼ਨ ਦਿਦਾਰੇ ਕਰਵਾਵਾਂਗੇ ਪਹੂਵਿੰਡ ਵਿਖੇ, ਜਿੱਥੇ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ। ਉੱਥੇ ਪਾਵਨ ਪਵਿੱਤਰ ਗੁਰਦੁਆਰਾ ਸਾਹਿਬ ਜਿਹੜਾ ਆ ਉਹ ਬਣਿਆ ਹੋਇਆ ਹੈ। ਸੋ ਇੱਥੇ ਬਾਬਾ ਜੀ ਦੇ ਜਨਮ ਦਿਹਾੜੇ ਤੋਂ ਪਹਿਲਾਂ ਨਗਰ ਕੀਰਤਨ ਜਿਹੜੇ ਆ ਵੱਖ-ਵੱਖ ਜਗ੍ਹਾ ਤੋਂ ਪਹੁੰਚਣੇ ਸ਼ੁਰੂ ਹੋ ਜਾਂਦੇ ਆ ਤੇ ਬੜੀਆਂ ਰੌਣਕਾਂ ਜਿਹੜੀਆਂ ਆ ਜਨਮ ਦਿਹਾੜੇ ਦੇ ਉੱਤੇ ਇੱਥੇ ਲੱਗਦੀਆਂ ਨੇ। ਕੀਰਤਨ ਦਰਬਾਰ ਜਿਹੜੇ ਆ ਉਹ ਵੀ ਹੁੰਦੇ ਆ। ਸੋ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਤੁਹਾਨੂੰ ਅੱਜ ਬਾਬਾ ਦੀਪ ਸਿੰਘ ਜੀ ਦੇ ਜੱਦੀ ਪਿੰਡ ਪਹੂਵਿੰਡ ਵਿਖੇ ਪਹੁੰਚ ਕੇ ਦਰਸ਼ਨ ਦਿਦਾਰੇ ਕਰਵਾਉਂਦੇ ਆ ਤੇ ਨਾਲ ਹੀ ਇੱਥੋਂ ਗ੍ਰੰਥੀ ਸਿੰਘ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਵੀ ਜਾਣਾਂਗੇ ਬਾਬਾ ਦੀਪ ਸਿੰਘ ਜੀ ਦੇ ਜੀਵਨ ਦੇ ਸੰਬੰਧ ਦੇ ਵਿੱਚ ਤੇ ਗੁਰਦੁਆਰਾ ਸਾਹਿਬ ਕਦੋਂ ਹੋਂਦ ਦੇ ਵਿੱਚ ਆਇਆ ਤੇ ਕੌਣ ਸੇਵਾ ਜਿਹੜੀ ਆ ਹੁਣ ਇੱਥੇ ਕਰ ਰਿਹਾ ਆ ਤੇ ਕਿਵੇਂ ਇੱਥੋਂ ਦਾ ਪ੍ਰਬੰਧ ਜਿਹੜਾ ਆ ਉਹ ਚੱਲ ਰਿਹਾ। ਸੋ ਆਓ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਦਰਸ਼ਨ ਦਿਦਾਰੇ ਕਰਵਾਉਂਦੇ ਆ ਤੁਹਾਨੂੰ ਇਸ ਪਾਵਨ ਪਵਿੱਤਰ ਸਥਾਨ ਦੇ। ਬਾਬਾ ਦੀਪ ਸਿੰਘ ਜੀ ਦਾ ਆਗਮਨ ਮਾਤਾ ਜਿਉਣੀ ਜੀ ਦੀ ਪਵਿੱਤਰ ਕੁੱਖੋਂ ਪਿਤਾ ਭਾਈ ਭਗਤਾ ਜੀ ਦੇ ਗ੍ਰਹਿ ਵਿਖੇ ਪਿੰਡ ਪਹੂਵਿੰਡ ਵਿਖੇ ਇਸ ਸਥਾਨ 'ਤੇ 26 ਜਨਵਰੀ 1682 14 ਮਾਘ 1739 ਬਿਕਰਮੀ ਨੂੰ ਇੱਕ ਮਹਾਂਪੁਰਖਾਂ ਦੇ ਬਚਨਾਂ ਦੇ ਨਾਲ ਹੋਇਆ ਕਿ ਤੁਸੀਂ ਪੁੱਤਰ ਮੰਗਿਆ ਹੈ ਜੋ ਬੁਢਾਪੇ ਵੇਲੇ ਤੁਹਾਡਾ ਸਹਾਰਾ ਬਣੇ, ਪਰ ਤੁਹਾਡੇ ਘਰ ਐਸਾ ਪੁੱਤਰ ਹੋਵੇਗਾ ਜੋ ਲੱਖਾਂ ਦਾ ਸਹਾਰਾ ਬਣੇਗਾ। ਤੁਸੀਂ ਉਸ ਦਾ ਨਾਮ ਦੀਪ ਰੱਖਣਾ। ਲਗਭਗ 18 ਸਾਲ ਦੀ ਉਮਰ ਵਿੱਚ ਬਾਬਾ ਦੀਪ ਸਿੰਘ ਜੀ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ ਦੀਪ ਤੋਂ ਦੀਪ ਸਿੰਘ ਸੱਜ ਗਏ ਅਤੇ ਤਨ ਮਨ ਪੂਰੀ ਤਰ੍ਹਾਂ ਕਲਗੀਧਰ ਪਿਤਾ ਜੀ ਦੇ ਚਰਨਾਂ ਵਿੱਚ ਅਰਪਣ ਕਰ ਦਿੱਤਾ। ਦਮਦਮੀ ਟਕਸਾਲ ਦੇ ਪ੍ਰਚਾਰਕਾਂ ਅਨੁਸਾਰ ਬਾਬਾ ਦੀਪ ਸਿੰਘ ਜੀ ਦਾ ਇੱਕ ਦਿਨ ਦੇ ਵਿੱਚ 101 ਪਾਠ ਸ਼੍ਰੀ ਜਪਜੀ ਸਾਹਿਬ ਜੀ ਦੇ ਕਰਨ ਦਾ ਨੇਮ ਸੀ। ਬਾਬਾ ਦੀਪ ਸਿੰਘ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 4 ਸਰੂਪ ਹੱਥੀਂ ਲਿਖ ਕੇ ਪੰਥ ਨੂੰ ਸੌਂਪੇ, ਜਿਨ੍ਹਾਂ ਦੇ ਵਿੱਚੋਂ ਇੱਕ ਸਰੂਪ ਸ਼੍ਰੀ ਅਕਾਲ ਤਖਤ ਸਾਹਿਬ, ਇੱਕ ਸਰੂਪ ਸ਼੍ਰੀ ਕੇਸਗੜ੍ਹ ਸਾਹਿਬ, ਇੱਕ ਸਰੂਪ ਸ਼੍ਰੀ ਪਟਨਾ ਸਾਹਿਬ ਅਤੇ ਚੌਥਾ ਸਰੂਪ ਸ਼੍ਰੀ ਹਜ਼ੂਰ ਸਾਹਿਬ ਵਿਖੇ ਸ਼ਸ਼ੋਭਤ ਹੈ। ਬਾਬਾ ਦੀਪ ਸਿੰਘ ਜੀ ਨੇ ਇੱਕ ਸਰੂਪ ਅਰਬੀ ਭਾਸ਼ਾ ਦੇ ਵਿੱਚ ਲਿਖ ਕੇ ਅਰਬ ਦੇਸ਼ ਵਿੱਚ ਭੇਜਿਆ ਤਾਂ ਕਿ ਅਰਬੀ ਲੋਕ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜ ਸਕਣ। ਉਹ ਸਰੂਪ ਅੱਜ ਵੀ ਅਰਬ ਦੇਸ਼ ਦੀ ਬਰਕਲੇ ਯੂਨੀਵਰਸਿਟੀ ਦੇ ਵਿੱਚ ਸ਼ਸ਼ੋਭਤ ਹੈ। ਕਲਗੀਧਰ ਜੀ ਦੇ ਹੁਕਮ ਅਨੁਸਾਰ ਬਾਬਾ ਦੀਪ ਸਿੰਘ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਭਾਵ ਸਿੱਖਾਂ ਨੂੰ ਸਿਖਾਉਣ ਦੀ ਇੱਕ ਟਕਸਾਲ ਦਮਦਮੀ ਟਕਸਾਲ ਦੇ ਨਾਮ ਨਾਲ ਪ੍ਰਫੁੱਲਤ ਕੀਤੀ। ਅਹਿਮਦ ਸ਼ਾਹ ਅਬਦਾਲੀ ਦੀ ਹਾਰ ਦਾ ਬਦਲਾ ਲੈਣ ਦੇ ਲਈ ਉਸ ਦੇ ਬੇਟੇ ਤੈਮੂਰ ਸ਼ਾਹ ਨੇ ਅੰਮ੍ਰਿਤ ਸਰੋਵਰ ਨੂੰ ਮਿੱਟੀ ਪਾ ਕੇ ਪੂਰ ਦਿੱਤਾ। ਖਬਰ ਸੁਣ ਕੇ ਬਾਬਾ ਜੀ ਰੋਹ ਦੇ ਵਿੱਚ ਆ ਗਏ ਅਤੇ ਆਪਣੇ 18 ਸੇਰ ਦੇ ਖੰਡੇ ਨੂੰ ਹੱਥ ਦੇ ਵਿੱਚ ਲੈ ਕੇ ਬਾਕੀ ਸਿੰਘਾਂ ਨੂੰ ਨਾਲ ਲੈ ਕੇ ਗੋਲਵੜ ਦੇ ਅਸਥਾਨ ਦੇ ਉੱਤੇ ਆ ਕੇ ਮੁਗਲ ਫੌਜ ਨੂੰ ਵੰਗਾਰਿਆ। ਘਮਾਸਾਨ ਦੀ ਜੰਗ ਦੇ ਵਿੱਚ ਬਾਬਾ ਜੀ ਦਾ ਸਾਹਮਣਾ ਅਬਦਾਲੀ ਦੇ ਸੈਨਾਪਤੀ ਜਮਾਲ ਖਾਂ ਦੇ ਨਾਲ ਹੋਇਆ ਅਤੇ ਇੱਕ ਸਾਂਝੇ ਵਾਰ ਦੇ ਵਿੱਚ ਬਾਬਾ ਜੀ ਦਾ ਅਤੇ ਜਮਾਲ ਖਾਂ ਦਾ ਸੀਸ ਧੜ ਦੇ ਨਾਲੋਂ ਅਲੱਗ ਹੋ ਗਿਆ। ਲਿਖਾਰੀ ਲਿਖਦਾ ਹੈ ਕਿ ਇਹ ਵੇਖ ਕੇ ਮੌਤ ਹੱਸ ਪਈ ਕਿ ਮੈਂ ਤਾਂ ਵੱਡੇ ਵੱਡੇ ਸੂਰਮਿਆਂ ਨੂੰ ਜਿੱਤ ਲਿਆ ਹੈ, ਪਰ ਉਸ ਵਕਤ ਅਨੋਖਾ ਕ੍ਰਿਸ਼ਮਾ ਹੋਇਆ ਜਿਸ ਦੀ ਮਿਸਾਲ ਇਤਿਹਾਸ ਵਿੱਚ ਨਹੀਂ ਮਿਲਦੀ। ਬਾਬਾ ਦੀਪ ਸਿੰਘ ਜੀ ਦਾ ਧੜ ਹਰਕਤ ਦੇ ਵਿੱਚ ਆਇਆ। ਸੱਜੇ ਹੱਥ ਦੇ ਵਿੱਚ ਖੰਡਾ ਅਤੇ ਖੱਬੇ ਹੱਥ ਦੇ ਵਿੱਚ ਤਲੀ 'ਤੇ ਸੀਸ ਟਿਕਾ ਕੇ ਮੁਗਲਾਂ ਨੂੰ ਭਾਜੜਾਂ ਪਾ ਦਿੱਤੀਆਂ। ਅਖੀਰ 13 ਨਵੰਬਰ 1757 ਸਨ ਨੂੰ ਬਾਬਾ ਦੀਪ ਸਿੰਘ ਜੀ ਨੇ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪਰਿਕਰਮਾ ਵਿੱਚ ਪਹੁੰਚ ਕੇ ਸੀਸ ਨੂੰ ਸ਼੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਭੇਂਟ ਕਰਕੇ ਆਪਣਾ ਪ੍ਰਣ ਪੂਰਾ ਕੀਤਾ। ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਦੇ ਵਿੱਚ ਇਹ ਅਸਥਾਨ ਸ਼ਸ਼ੋਭਤ ਹੈ। ਗੁਰੂ ਰੂਪ ਸਾਧ ਸੰਗਤ ਜੀ ਬਾਬਾ ਜੀ ਦੇ ਮਹਾਨ ਇਤਿਹਾਸ ਦੇ ਵਿੱਚੋਂ ਸੰਖੇਪ ਜਿਹਾ ਜੀਵਨ ਲਿਖਣ ਦਾ ਉਪਰਾਲਾ ਕੀਤਾ।
ਸੋ ਅਸੀਂ ਇਸ ਵੇਲੇ ਮੌਜੂਦ ਹਾਂ ਜਨਮ ਸਥਾਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਪਿੰਡ ਪਹੂਵਿੰਡ ਜ਼ਿਲ੍ਹਾ ਤਰਨਤਾਰਨ ਵਿਖੇ। ਸੋ ਮੇਰੇ ਨਾਲ ਨੇ ਪ੍ਰੋਫੈਸਰ ਸੁਖਪਾਲ ਸਿੰਘ ਜੀ, ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਇਸ ਗੁਰਦੁਆਰਾ ਸਾਹਿਬ ਦੀ ਸਥਾਪਨਾ ਦੇ ਸਬੰਧ ਦੇ ਵਿੱਚ। ਸੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਪ੍ਰੋਫੈਸਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਸਾਹਿਬ, ਇਸ ਗੁਰਦੁਆਰਾ ਸਾਹਿਬ ਦੀ ਸਥਾਪਨਾ ਦੀ ਗੱਲ ਕੀਤੀ ਜਾਵੇ ਤਾਂ ਕਦੋਂ ਸਥਾਪਨਾ ਗੁਰਦੁਆਰਾ ਸਾਹਿਬ ਦੀ ਹੋਈ ਹੈ ਤੇ ਕਿਵੇਂ ਇਸ ਦਾ ਸਾਰਾ ਇੱਥੋਂ ਦਾ ਪ੍ਰਬੰਧ ਜਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ, ਜਿਵੇਂ ਇੱਥੇ ਕੀਰਤਨ ਹੁੰਦਾ ਹੈ ਜਾਂ ਰਹਿਰਾਸ ਸਾਹਿਬ ਹੁੰਦੀ ਜਾਂ ਸਵੇਰੇ ਨਿਤਨੇਮ ਹੁੰਦਾ ਹੈ? ਹਾਂਜੀ, ਜੇਕਰ ਅਸੀਂ ਸਭ ਤੋਂ ਪਹਿਲਾਂ ਇੱਥੋਂ ਦੇ ਗੁਰਦੁਆਰੇ ਦੀ ਸਥਾਪਨਾ ਦੀ ਗੱਲ ਕਰਦੇ ਹਾਂ, ਤੇ ਕਿਉਂਕਿ ਮੈਂ ਇੱਥੇ ਅਕਸਰ ਹੀ ਇਸ ਨਗਰ ਦੇ ਵਿੱਚ, ਇਸ ਇਲਾਕੇ ਦੇ ਵਿੱਚ ਆਉਂਦਾ ਜਾਂਦਾ ਰਹਿੰਦਾ, ਔਰ ਇੱਥੋਂ ਦੇ ਜਿਹੜੇ ਪੁਰਾਤਨ ਬਜ਼ੁਰਗ ਨੇ ਉਹਨਾਂ ਦੇ ਪਾਸ ਬੈਠ ਕੇ ਮੈਂ ਕਾਫੀ ਵਾਰੀ ਇਸ ਪੱਖ ਤੋਂ ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਜ਼ੁਰਗ ਦੱਸਦੇ ਨੇ ਕਿ ਜਦੋਂ ਅਸੀਂ ਇਸ ਜਗ੍ਹਾ ਦੀ ਪੁਰਾਤਨਤਾ ਦੀ ਗੱਲ ਕਰਦੇ ਹਾਂ ਤੇ ਬਹੁਤ ਪੁਰਾਣੀ ਜਗ੍ਹਾ ਇਹ ਨਹੀਂ ਹੈਗੀ। ਜਿਹੜੀ ਅਸੀਂ ਅਜੋਕੀ ਇਹ ਇਮਾਰਤ ਵੇਖ ਰਹੇ ਹਾਂ, ਇਹ ਕੋਈ ਬਹੁਤੀ ਜ਼ਿਆਦਾ ਪੁਰਾਣੀ ਨਹੀਂ। ਤਕਰੀਬਨ 1977 ਦੇ ਕਰੀਬ ਇਹ ਜਗ੍ਹਾ ਦਾ ਜਿਹੜਾ ਨੀਂਹ ਪੱਥਰ ਪਹਿਲੀ ਵਾਰੀ ਰੱਖਿਆ ਗਿਆ ਸੀ। ਔਰ ਉਹਦੇ ਬਾਰੇ ਬਜ਼ੁਰਗ ਦੱਸਦੇ ਸਨ ਕਿ ਇਸ ਤੋਂ ਪਹਿਲਾਂ ਦਾ ਜਿਹੜਾ ਸਮਾਂ ਸੀ, ਕਿਉਂਕਿ ਜਦੋਂ 1947 ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੀ ਵੰਡ ਹੁੰਦੀ ਹੈ ਔਰ ਬਿਲਕੁਲ ਹੀ ਇੱਥੋਂ ਨਜ਼ਦੀਕ ਬਾਰਡਰ ਜਿਹੜਾ ਉਹ ਪਾਕਿਸਤਾਨ ਦਾ ਪੈ ਜਾਂਦਾ ਹੈ, ਤੇ ਬਾਰਡਰ ਦੇ ਉੱਪਰ ਵਸਿਆ ਹੋਣ ਕਰਕੇ ਇਸ ਪਿੰਡ ਨੂੰ ਬਹੁਤ ਵਾਰੀ ਜਿਹੜਾ ਉਹ ਉਜਾੜੇ ਦਾ ਸ਼ਿਕਾਰ ਹੋਣਾ ਪਿਆ। ਇੱਥੋਂ ਦੀ ਜਿਹੜੀ ਭੂਮੀ ਸੀ, ਇੱਥੋਂ ਦੀਆਂ ਜਿਹੜੀਆਂ ਖੇਤ ਸਨ ਇੱਥੋਂ ਦੇ, ਉਹ ਵੀ ਕੋਈ ਬਹੁਤੇ ਜ਼ਿਆਦਾ ਉਪਜ ਵਾਲੇ ਨਹੀਂ ਸਨ। ਕੋਈ ਬਹੁਤੀ ਜ਼ਿਆਦਾ ਉਪਜ ਜਿਹੜੀ ਇੱਥੋਂ ਦੀ ਨਹੀਂ ਹੋਇਆ ਕਰਦੀ ਸੀ। ਤਕਰੀਬਨ ਥੋੜ੍ਹੀ ਬਹੁਤੀ ਖੇਤੀ ਜਿਹੜੀ ਹੁੰਦੀ ਸੀ, ਸਾਲ ਦੇ ਵਿੱਚ ਇੱਕ ਹੀ ਫਸਲ ਜਿਹੜੀ ਉਹ ਕਿਸਾਨਾਂ ਦੇ ਪੱਲੇ ਵਿੱਚ ਪੈਂਦੀ ਸੀ, ਕਿਉਂਕਿ ਸਲਾਬ ਬਹੁਤ ਜ਼ਿਆਦਾ ਇਸ ਖੇਤਰ ਦੇ ਵਿੱਚ ਸੀ। ਬਹੁਤ ਜ਼ਿਆਦਾ ਸੇਮ ਜਿਹੜੀ ਇਸ ਇਲਾਕੇ ਦੇ ਵਿੱਚ ਸੀ। ਪਾਣੀ ਦੇ ਨਾਲ ਫਸਲਾਂ ਜਿਹੜੀਆਂ ਉਹ ਭਰ ਜਾਇਆ ਕਰਦੀਆਂ ਸਨ, ਬਰਬਾਦ ਹੋ ਜਾਂਦੀਆਂ ਸਨ। ਤਕਰੀਬਨ ਇਹਨਾਂ ਪਿੰਡਾਂ ਦੇ ਜਿਹੜੇ ਵਸਨੀਕ ਨੇ, ਉਹਨਾਂ ਦੇ ਦੱਸਣ ਦੇ ਮੁਤਾਬਕ ਤਕਰੀਬਨ ਜਦੋਂ ਮਾਨਯੋਗ ਸਰਦਾਰ ਪ੍ਰਤਾਪ ਸਿੰਘ ਜੀ ਕੈਰੋਂ ਜਦੋਂ ਮੁੱਖ ਮੰਤਰੀ ਪੰਜਾਬ ਦੇ ਬਣਦੇ ਨੇ, ਉਹਨਾਂ ਦੇ ਟਾਈਮ ਪੀਰੀਅਡ ਦੇ ਵਿੱਚ ਇੱਥੇ ਬਾਰਡਰ ਏਰੀਆ ਦੇ ਵਿੱਚ ਇੱਕ ਉਹਨਾਂ ਦੇ ਵੱਲੋਂ ਇੱਕ ਨਹਿਰ, ਇੱਕ ਛੋਟੀ ਜਿਹੀ ਜਿਹਨੂੰ ਡਰੇਨ ਕਿਹਾ ਜਾਂਦਾ, ਉਹ ਡਰੇਨ ਖੁਦਵਾਈ ਗਈ। ਉਸ ਡਰੇਨ ਦੀ ਖੁਦਾਈ ਦੇ ਨਾਲ ਇਸ ਇਲਾਕੇ ਦੀਆਂ ਜਿਹੜਾ ਜ਼ਮੀਨਾਂ ਦਾ ਪਾਣੀ ਸੀ, ਉਹ ਹੌਲੀ ਹੌਲੀ ਸਲਾਬ ਜਿਹੜੀ ਉਹ ਇਕੱਠੀ ਹੋ ਕੇ ਉਸ ਡਰੇਨ ਦੇ ਰਾਹੀਂ ਜਿਹੜੀ ਉਹ ਵਗਣੀ ਸ਼ੁਰੂ ਹੋ ਗਈ, ਔਰ ਹੌਲੀ ਹੌਲੀ ਇਹਨਾਂ ਜ਼ਮੀਨਾਂ ਦੇ ਵਿੱਚੋਂ ਸਲਾਬ ਦਾ ਖਾਤਮਾ ਹੋਣਾ ਸ਼ੁਰੂ ਹੋਇਆ। ਔਰ ਇੱਥੋਂ ਦੇ ਵਸਨੀਕ ਇਹ ਮੰਨਦੇ ਨੇ ਕਿ ਅਸਲ ਦੇ ਵਿੱਚ ਸਾਨੂੰ ਰੋਟੀ ਦੇਣ ਵਾਲੀ ਉਹ ਡਰੇਨ ਹੈ। ਔਰ ਉਦੋਂ 1962 ਤੋਂ 65 ਦੇ ਦਰਮਿਆਨ ਇੱਥੇ ਇਸ ਗੁਰਦੁਆਰੇ ਦਾ ਕੋਈ ਨਾਮ ਨਿਸ਼ਾਨ ਜਿਹੜਾ ਉਹ ਨਹੀਂ ਸੀ ਹੈਗਾ। ਕੁਛ ਕੁ ਛੋਟੀਆਂ ਛੋਟੀਆਂ ਨਿਸ਼ਾਨੀਆਂ ਜਿਹੜੀਆਂ, ਕਿਉਂਕਿ ਕੱਚੇ ਘਰ ਸਨ, ਕੋਈ ਬਹੁਤਾ ਜ਼ਿਆਦਾ ਲੰਮਾ ਚੌੜਾ ਇੱਥੇ ਵਿਸਥਾਰ ਇਸ ਜਗ੍ਹਾ ਦਾ ਨਹੀਂ ਸੀ ਹੈਗਾ। ਛੋਟਾ ਜਿਹਾ ਪਿੰਡ ਸੀ। ਔਰ ਜੰਗਾਂ ਦੇ ਵਿੱਚ 65 ਦੀ ਜੰਗ, 71 ਦੀ ਜੰਗ ਦੇ ਵਿੱਚ ਵੀ 2 ਵਾਰੀ ਇਹ ਨਗਰ ਜਿਹੜਾ ਉਹ ਉਜੜ ਜਾਣ ਕਰਕੇ ਬਹੁਤ ਸਾਰੇ ਇੱਥੋਂ ਦੇ ਵਸਨੀਕ ਕੁਛ ਇੱਥੋਂ ਹੋਰ ਜਗ੍ਹਾ ਦੇ ਉੱਪਰ ਜਾ ਕੇ ਵਸ ਗਏ, ਕੁਝ ਹੋਰ ਜਗ੍ਹਾ 'ਤੇ ਆਣ ਕੇ ਇੱਥੇ ਵਸ ਗਏ। ਸੋ ਇਸ ਤਰ੍ਹਾਂ ਬੜਾ ਇਸ ਜਗ੍ਹਾ ਦੀ ਜਿਹੜੀ ਉਤਰਾਅ ਚੜ੍ਹਾਅ ਜਿਹੜੇ ਉਹ ਚੱਲਦੇ ਰਹੇ ਨੇ। ਜਦੋਂ 1977 ਦੇ ਵਿੱਚ ਜਦੋਂ ਥੋੜ੍ਹਾ ਜਿਹਾ ਟਿਕਾ ਮਿਲਿਆ ਇੱਥੋਂ ਦੇ ਵਸਨੀਕਾਂ ਨੂੰ, ਤੇ ਫਿਰ ਇਤਿਹਾਸਕਾਰਾਂ ਨੇ ਜਦੋਂ ਇਤਿਹਾਸ ਨੂੰ ਫਰੋਲਣਾ ਸ਼ੁਰੂ ਕੀਤਾ ਹੈ। ਪ੍ਰੋਫੈਸਰ ਭਾਈ ਕਾਹਨ ਸਿੰਘ ਜੀ ਨਾਭਾ ਜਦੋਂ ਉਹਨਾਂ ਦੇ ਮਹਾਨ ਕੋਸ਼ ਨੂੰ ਫਰੋਲਿਆ, ਔਰ ਉਹਦੇ ਵਿੱਚ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਦੇ ਪਹੂਵਿੰਡ ਨਗਰ ਦੇ ਜਨਮ ਦੀ ਗੱਲ ਕੀਤੀ ਹੈ ਕਿ ਉਹਨਾਂ ਦਾ ਜਨਮ ਜਿਹੜਾ ਖਹਿਰਾ ਗੋਤ ਦੇ ਵਿੱਚ ਜੱਟ ਪਰਿਵਾਰ ਦੇ ਵਿੱਚ ਜਿਹੜਾ ਉਹਨਾਂ ਦਾ ਜਨਮ ਹੁੰਦਾ ਹੈ। ਤੇ ਉਸ ਚੀਜ਼ ਨੂੰ ਖੰਗਾਲਣ ਤੋਂ ਬਾਅਦ ਵਿਦਵਾਨਾਂ ਨੇ ਜਾਂ ਇੱਥੋਂ ਦੇ ਪ੍ਰਬੰਧਕਾਂ ਨੇ ਵੇਖਿਆ ਕਿ ਸਾਡੇ ਕੋਲੇ ਤੇ ਉੱਥੋਂ ਦਾ ਇਹਨਾਂ ਦੀ ਬਾਬਾ ਦੀਪ ਸਿੰਘ ਜੀ ਦੀ ਜਗ੍ਹਾ ਦਾ ਕੋਈ ਨਾਮ ਨਿਸ਼ਾਨ ਹੀ ਨਹੀਂ ਹੈ। ਕੇਵਲ ਨਿਸ਼ਾਨੀ ਵਜੋਂ ਇੱਕ ਸਭ ਤੋਂ ਮਹੱਤਵਪੂਰਨ ਜਿਹੜੀ ਗੱਲ ਸਾਹਮਣੇ ਆਈ ਸੀ, ਉਹ ਇਹ ਸੀ ਕਿ ਇਹ ਪਿੰਡ 4 ਪੱਤੀਆਂ ਦੇ ਵਿੱਚ ਵੰਡਿਆ ਹੋਇਆ ਸੀ, ਜਿਨ੍ਹਾਂ ਦੇ ਵਿੱਚੋਂ ਇੱਕ ਪੱਤੀ ਸੀ ਬਾਬੇ ਕੀ, ਦੂਸਰੀ ਸੀ ਪੱਤੀ ਵੀਰਮ ਕੀ, ਤੀਸਰੀ ਸੀ ਪੱਤੀ ਜਿਹੜੀ ਉਹ ਮਿਰਜੇ ਕੀ। ਮਤਲਬ ਇਹਦੇ ਵਿੱਚੋਂ ਜਿਹੜੀ ਬਾਬੇ ਕੀ ਪੱਤੀ ਸੀ, ਸਿਰਫ ਉਹ ਇੱਕ ਨਿਸ਼ਾਨੀ ਸੀ, ਉਹ ਇੱਕ ਚਿੰਨ੍ਹ ਸੀ ਕਿ ਬਾਬਾ ਦੀਪ ਸਿੰਘ ਜੀ ਇਸ ਪੱਤੀ ਦੇ ਵਿੱਚ ਜਿਹੜੇ ਉਹ ਰਿਹਾ ਕਰਦੇ ਸਨ। ਜਦੋਂ ਇਸ ਗੱਲ ਦੀ ਚਰਚਾ ਹੋਈ ਹੈ, ਵਿਚਾਰ ਹੋਈ, ਪਤਵੰਤੇ ਸੱਜਣ ਬੈਠੇ ਨੇ, ਇਸ ਨਗਰ ਦੇ ਸਿਆਣੇ ਬਜ਼ੁਰਗ ਬੈਠੇ ਨੇ, ਉਹਨਾਂ ਨੇ ਆਖਿਆ ਕਿ ਬਾਬੇ ਕੀ ਪੱਤੀ ਦਾ ਏਰੀਆ ਇਹ ਜਿੱਥੇ ਅੱਜ ਇਹ ਗੁਰਦੁਆਰਾ ਸਾਹਿਬਾਨ ਸੁਭਾਇਮਾਨ ਹੈ, ਇਹ ਜਗ੍ਹਾ ਜਿਹੜੀ ਉਹ ਬਾਬੇ ਕੀ ਪੱਤੀ ਜਿਹੜੀ ਉਹਦੇ ਨਾਲ ਮਸ਼ਹੂਰ ਸੀ ਇਹ ਜਗ੍ਹਾ। ਤੋਂ ਫੈਸਲਾ ਹੋਇਆ ਕਿ ਇਸ ਜਗ੍ਹਾ ਦੇ ਉੱਪਰ ਬਾਬਾ ਦੀਪ ਸਿੰਘ ਜੀ ਦਾ ਕੋਈ ਸਮਾਰਕ ਜਿਹੜਾ ਉਹ ਜ਼ਰੂਰ ਬਣਾ ਦੇਣਾ ਚਾਹੀਦਾ, ਕਿਉਂਕਿ ਕੋਈ ਪੁਰਾਤਨ ਨਿਸ਼ਾਨੀ ਜਿਹੜੀ ਉਹ ਪ੍ਰਾਪਤ ਨਹੀਂ ਸੀ ਹੋ ਰਹੀ। ਤੋਂ ਇਸ ਆਧਾਰ ਦੇ ਉੱਪਰ ਜਦੋਂ ਪ੍ਰਬੰਧਕਾਂ ਨੇ ਇਹ ਫੈਸਲਾ ਕੀਤਾ, ਯਤਨ ਕਰਨ ਦੀ ਕੋਸ਼ਿਸ਼ ਕੀਤੀ ਗਈ, ਤੇ ਉਸੇ ਵੇਲੇ ਜਦੋਂ ਅਸੀਂ ਘਰਿਆਲੇ ਤੋਂ ਵਲਟੋਏ ਵਾਲੇ ਪਾਸੇ ਆਉਂਦੇ ਤਾਂ ਉੱਥੇ ਇੱਕ ਨਗਰ ਆਉਂਦਾ ਜੀ ਰਾਮ ਖਾਰਾ। ਉੱਥੇ ਖਾਰਾ ਗੋਤ ਦੇ ਵਸਨੀਕ ਲੋਕ ਨਿਵਾਸ ਕਰਦੇ ਨੇ। ਖਾਰਾ ਗੋਤ ਦੇ ਵਸਨੀਕਾਂ ਨੇ ਆਪਣੇ ਆਪ ਨੂੰ ਬਾਬਾ ਦੀਪ ਸਿੰਘ ਜੀ ਦੇ ਪਰਿਵਾਰ ਦੇ ਜਿਹੜੇ ਅਨੁਯਾਈ ਸਨ ਜਾਂ ਉਹਨਾਂ ਦੇ ਪਰਿਵਾਰਕ ਅੰਸ਼ ਦੱਸਦਿਆਂ ਹੋਇਆ ਕਹਿ ਦਿੱਤਾ ਕਿ ਬਾਬਾ ਦੀਪ ਸਿੰਘ ਜੀ ਇਸ ਨਗਰ ਦੇ ਨਹੀਂ ਬਲਕਿ ਰਾਮ ਖਾਰਾ ਦੇ ਵਸਨੀਕ ਨੇ।
ਤੋ ਇਹ ਇੱਕ ਬੜੀ ਇਹਨਾਂ ਬਜ਼ੁਰਗਾਂ ਦੇ ਕੋਲੋਂ ਮੈਨੂੰ ਨਵੇਕਲੀ ਗੱਲ ਜਿਹੜੀ ਉਹ ਸਰਵਣ ਕਰਨ ਨੂੰ ਪ੍ਰਾਪਤ ਹੋਈ ਸੀ ਕਿ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਦੀ ਸਥਾਪਨਾ ਨੂੰ ਲੈ ਕੇ ਰਾਮਖਾਰੇ ਔਰ ਇਸ ਨਗਰ ਦੇ ਵਿੱਚ ਬੜਾ ਲੰਮਾ ਸੰਘਰਸ਼ ਵੀ ਚੱਲਿਆ, ਜਿਹਦੇ ਵਿੱਚ ਹਾਈ ਕੋਰਟ ਤੱਕ ਜਿਹੜਾ ਉਹ ਕੇਸ ਕੀਤਾ ਗਿਆ। ਬਾਅਦ ਵਿੱਚ ਇਸ ਕੇਸ ਨੂੰ ਜਦੋਂ ਹਾਈ ਕੋਰਟ ਦੇ ਵਿੱਚ ਪਹੁੰਚਦਿਆਂ ਤਰੀਕਾਂ ਪਈਆਂ ਨੇ ਤੇ ਇੱਥੋਂ ਦੇ ਸੱਜਣਾ ਨੇ, ਵਿਦਵਾਨਾਂ ਨੇ, ਜਿਹੜੇ ਬਜ਼ੁਰਗ ਸਿਆਣੇ ਸਨ, ਉਹਨਾਂ ਨੇ ਫਿਰ ਜਿਹੜੀਆਂ ਪੁਰਾਤਨ ਕੁਰਸੀਨਾਮੇ ਸਨ ਉਹ ਕੁਰਸੀਨਾਮੇ ਮੰਗਵਾਏ। ਕੁਰਸੀਨਾਮੇ ਮੰਗਵਾ ਕੇ ਉਹਦੇ ਵਿੱਚੋਂ ਬਾਬਾ ਦੀਪ ਸਿੰਘ ਜੀ ਦੇ ਪਰਿਵਾਰ ਦਾ, ਉਹਨਾਂ ਦੇ ਪਿੰਡ ਦਾ, ਉਹਨਾਂ ਦੇ ਨਾਤੇ ਦਾ ਜਿਹੜਾ ਸਬੰਧ ਜਦੋਂ ਉਹਨਾਂ ਨੇ ਫਰੋਲਿਆ ਤੇ ਉਹ ਉਹਨਾਂ ਦਾ ਸਬੰਧ ਜਿਹੜਾ ਇਸ ਨਗਰ ਦੇ ਨਾਲ ਜੁੜਿਆ, ਇਸ ਪਹੂਵਿੰਡ ਦੇ ਨਾਲ। ਭਾਵ ਕਿ ਇਤਿਹਾਸਕ ਜਿਹੜੀ ਮਹੱਤਤਾ ਸੀਗੀ ਜਾਂ ਇਤਿਹਾਸਕ ਸੰਬੰਧ ਜਿਹੜਾ ਜੁੜਦਾ ਉਹ ਇਸ ਪਿੰਡ ਨਾਲ ਜੁੜਦਾ। ਹਾਂਜੀ ਹਾਂਜੀ, ਉਹ ਜਿਹੜਾ ਇਤਿਹਾਸਕ ਦਸਤਾਵੇਜ਼ ਉਹਨਾਂ ਨੂੰ ਪ੍ਰਾਪਤ ਹੋਇਆ, ਵਹੀਆਂ ਦੇ ਵਿੱਚੋਂ ਪ੍ਰਾਪਤ ਕੀਤਾ ਉਹਨਾਂ ਨੇ, ਕੁਰਸੀਨਾਮੇ ਦੇ ਵਿੱਚੋਂ, ਉਹ ਇਸ ਨਗਰ ਦੇ ਨਾਲ ਸੰਬੰਧ ਜਿਹੜਾ ਉਹਨਾਂ ਨੂੰ ਪਤਾ ਲੱਗਾ ਕਿ ਇਹ ਇਸੇ ਹੀ ਨਗਰ ਦੇ ਬਾਬਾ ਦੀਪ ਸਿੰਘ ਜੀ ਜਿਹੜੇ ਉਹ ਜੰਪਲ ਨੇ, ਇੱਥੋਂ ਦੇ ਵਸਨੀਕ ਨੇ ਔਰ ਬਾਬੇ ਕੀ ਪੱਤੀ ਬਾਬਾ ਦੀਪ ਸਿੰਘ ਜੀ ਦੇ ਨਾਮ ਕਰਕੇ ਜਿਹੜੀ ਉਹ ਮਸ਼ਹੂਰ ਹੋਈ ਹੈ। ਤੋ ਉਸ ਗੱਲ ਨੂੰ ਆਧਾਰ ਲੈ ਕੇ ਫਿਰ ਇੱਥੋਂ ਦੇ ਬਜ਼ੁਰਗਾਂ ਨੇ ਫੈਸਲਾ ਕੀਤਾ ਕਿ ਕਿਉਂ ਨਾ ਇਸ ਜਗ੍ਹਾ ਦੇ ਉੱਪਰ ਗੁਰੂ ਬਾਬਾ ਦੀਪ ਸਿੰਘ ਜੀ ਦੇ ਨਾਲ ਸੰਬੰਧਿਤ ਕੋਈ ਜਗ੍ਹਾ, ਉਹਨਾਂ ਦਾ ਗੁਰਦੁਆਰਾ ਸਾਹਿਬਾਨ ਜਿਹੜਾ ਉਹ ਸੁਭਾਇਮਾਨ ਜਿਹੜਾ ਉਹ ਕਰਵਾਇਆ ਜਾਵੇ। ਤੋ ਉਸ ਆਧਾਰ ਤੇ ਫਿਰ ਤਕਰੀਬਨ 1977 ਦੇ ਵਿੱਚ ਕਾਰ ਸੇਵਾ ਵਾਲੇ ਸਤਿਕਾਰਯੋਗ ਬਾਬਾ ਖੜਕ ਸਿੰਘ ਜੀ, ਉਹਨਾਂ ਨੇ ਇਸ ਨਗਰ ਦੇ ਵਿੱਚ, ਕਿਉਂਕਿ ਜਿਹੜੇ ਇੱਥੋਂ ਦੇ ਬਜ਼ੁਰਗਾਂ ਨੇ ਇੱਕ ਹੋਰ ਬੜੀ ਸੋਹਣੀ ਗੱਲ ਦੱਸੀ ਹੈ ਕਿ ਇਹ ਇਲਾਕਾ ਜਦੋਂ 47 ਤੋਂ ਬਾਅਦ ਉਜਾੜੇ ਦੀ ਮਾਰ ਦੇ ਹੇਠ ਆ ਗਿਆ ਔਰ ਉਸ ਉਜਾੜੇ ਤੋਂ ਬਾਅਦ ਇਸ ਇਲਾਕੇ ਦੇ ਵਿੱਚ ਸਿੱਖ ਧਰਮ ਦਾ ਕੋਈ ਬਹੁਤਾ ਜ਼ਿਆਦਾ ਪ੍ਰਚਾਰ ਪ੍ਰਸਾਰ ਨਹੀਂ ਸੀ। ਦੂਸਰੀਆਂ ਜਾਤਾਂ ਦੇ ਲੋਕ ਇੱਥੇ ਵਧੇਰੇ ਜਿਹੜੇ ਉਹ ਵਸਨੀਕ ਸਨ ਔਰ ਬਜ਼ੁਰਗ ਦੱਸਦੇ ਨੇ ਕਿ ਨੀਲੀ ਅਤੇ ਖੱਟੀ ਪੱਗ ਜਿਹੜੀ ਇਸ ਇਲਾਕੇ ਦੇ ਵਿੱਚ ਤੁਹਾਨੂੰ ਕੋਈ 100 ਦੇ ਵਿੱਚੋਂ ਟਾਵਾਂ ਬੰਦਾ ਲੱਭੇਗਾ ਜਿਸ ਦੇ ਸਿਰ ਦੇ ਉੱਪਰ ਕੇਸਰੀ ਦਸਤਾਰ ਜਿਹੜੀ ਉਹ ਕਿਤੇ ਹੋਇਆ ਕਰਦੀ ਸੀ। ਪਹਿਲੀ ਗੱਲ ਤੇ ਉਹ ਵੀ ਨਹੀਂ ਸੀ ਲੱਭਦੀ। ਇਸ ਨਗਰ ਦੇ ਸਿਰਾਂ ਦੇ ਉੱਪਰ, ਇੱਥੋਂ ਦੇ ਨਗਰ ਦੇ ਵਸਨੀਕਾਂ ਦੇ ਸਿਰਾਂ ਦੇ ਉੱਪਰ ਜੇਕਰ ਕਿਸੇ ਨੇ ਨੀਲੀ ਔਰ ਖੱਟੀ ਦਸਤਾਰ ਸਜਾਈ ਹੈ ਤੇ ਉਹਦਾ ਸਿਰਾ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ, ਬਾਬਾ ਸੋਹਣ ਸਿੰਘ ਜੀ ਸੁਰ ਸਿੰਘ ਵਾਲੇ ਔਰ ਇਸ ਤੋਂ ਇਲਾਵਾ ਕੁਝ ਕੁ ਹੋਰ ਜਿਹੜੇ ਬਜ਼ੁਰਗਾਂ ਨੇ ਨਾਮ ਬਹੁਤ ਸਾਰੇ ਮਹਾਂਪੁਰਸ਼ਾਂ ਦੇ ਦੱਸੇ ਸਨ ਜਿਨ੍ਹਾਂ ਨੇ ਇੱਥੇ ਆਣ ਕੇ ਸਿੱਖੀ ਦਾ ਪ੍ਰਚਾਰ ਕੀਤਾ, ਪ੍ਰਸਾਰ ਕੀਤਾ ਔਰ ਉਸ ਆਧਾਰ ਤੇ ਇੱਥੋਂ ਦੇ ਵਸਨੀਕਾਂ ਨੂੰ ਬਾਣੀ ਅਤੇ ਬਾਣੇ ਦੇ ਨਾਲ ਜੋੜਨ ਦੀ ਪ੍ਰੇਰਣਾ ਕੀਤੀ ਸੀ। ਤੇ ਉਸੇ ਗੱਲ ਤੋਂ ਫਿਰ ਜਦੋਂ ਫੈਸਲਾ ਕੀਤਾ ਗਿਆ ਕਿ ਬਾਬਾ ਖੜਕ ਸਿੰਘ ਸਾਹਿਬ ਜੀ ਜਿਹੜੇ ਕਾਰ ਸੇਵਾ ਵਾਲੇ ਸਨ, ਉਹਨਾਂ ਮਹਾਂਪੁਰਸ਼ਾਂ ਨੂੰ ਇੱਥੇ ਬੁਲਾਇਆ ਗਿਆ, ਇਕੱਠ ਹੋਇਆ ਬਹੁਤ ਵੱਡਾ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹ ਵੀ ਇਸ ਜਗ੍ਹਾ ਦੇ ਉੱਪਰ ਆਏ। ਨਗਰ ਦੇ ਵਸਨੀਕ ਜਿਹੜੇ ਉਹਨਾਂ ਦੇ ਕੋਲੇ ਜਾ ਕੇ ਉਹਨਾਂ ਨੇ ਬੇਨਤੀ ਕੀਤੀ ਸੰਤ ਗਿਆਨੀ ਜਰਨੈਲ ਸਿੰਘ ਜੀ ਹੋਣਾ ਦੇ ਪਾਸ ਕਿ ਇਸ ਜਗ੍ਹਾ ਦੇ ਉੱਪਰ ਬਾਬਾ ਦੀਪ ਸਿੰਘ ਜੀ ਦਾ ਕੋਈ ਵੀ ਜਿਹੜਾ ਨਿਸ਼ਾਨ ਨਹੀਂ ਹੈਗਾ, ਤੋ ਆਪ ਜੀ ਕਿਰਪਾ ਕਰੋ ਇੱਥੇ ਕੋਈ ਨਾ ਕੋਈ ਉਹਨਾਂ ਦੀ ਨਿਸ਼ਾਨੀ ਦੇ ਵਿੱਚੋਂ ਗੁਰਦੁਆਰਾ ਸਾਹਿਬ ਜਿਹੜਾ ਉਹ ਉਸਾਰਿਆ ਜਾਵੇ। ਤੇ ਉਸ ਵੇਲੇ ਸੰਤ ਭਿੰਡਰਾਂ ਵਾਲਿਆਂ ਨੇ ਕੀ ਕੀਤਾ ਕਿ ਇੱਥੋਂ ਦੀ ਜਗ੍ਹਾ ਗੁਰਦੁਆਰਾ ਬਣਾਉਣ ਦੇ ਵਾਸਤੇ ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਖੜਕ ਸਿੰਘ ਜੀ ਨੂੰ ਇੱਥੋਂ ਦੀ ਸੇਵਾ ਦਿੱਤੀ। ਬਾਬਾ ਜੀ ਨੂੰ ਕਹਿ ਕੇ ਤੁਸੀਂ ਇਸ ਜਗ੍ਹਾ ਦੀ ਸੇਵਾ ਕਰਵਾਓ, ਇੱਥੇ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਪਾਵਨ ਗੁਰਦੁਆਰਾ ਸਾਹਿਬਾਨ ਜਿਹੜਾ ਉਹ ਸਥਾਪਿਤ ਕਰਵਾਇਆ ਜਾਵੇ। ਉੱਧਰੋਂ ਅਦਾਲਤ ਦੇ ਵਿੱਚੋਂ ਕੇਸ ਵੀ ਜਿੱਤ ਚੁੱਕੇ ਸਨ ਔਰ 1977 ਦੇ ਵਿੱਚ ਇਸ ਪਾਵਨ ਇਮਾਰਤ ਦਾ ਜਿਹੜਾ ਉਹ ਨੀਂਹ ਪੱਥਰ ਬਾਬਾ ਖੜਕ ਸਿੰਘ ਜੀ ਉਹਨਾਂ ਨੇ ਆਪਣੇ ਹੱਥੀਂ ਰੱਖਿਆ ਔਰ ਬੜਾ ਲੰਮਾ ਸਮਾਂ ਬਾਬਾ ਖੜਕ ਸਿੰਘ ਜੀ ਇਸ ਅਸਥਾਨ ਦੀ ਕਾਰ ਸੇਵਾ ਉਹ ਕਰਦੇ ਰਹੇ ਸਨ। ਜਿਵੇਂ ਆਪ ਜੀ ਨੇ ਜ਼ਿਕਰ ਕੀਤਾ ਹੈ ਕਿ ਗੁਰਦੁਆਰਾ ਸਾਹਿਬ ਦੀ ਜਦੋਂ ਸਥਾਪਨਾ ਹੁੰਦੀ ਆ ਤਾਂ ਪਹਿਲਾਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਇੱਥੇ ਕੋਈ ਕੇਸਰੀ ਜਾਂ ਨੀਲੀ ਦਸਤਾਰ ਵਾਲਾ ਕੋਈ ਨਜ਼ਰ ਨਹੀਂ ਸੀ ਆਉਂਦਾ। ਗੁਰਦੁਆਰਾ ਸਾਹਿਬ ਦੀ ਸਥਾਪਨਾ ਹੋਣ ਤੋਂ ਬਾਅਦ ਦੇ ਵਿੱਚ ਜੇ ਪਰਿਵਰਤਨ ਦੀ ਗੱਲ ਕੀਤੀ ਜਾਵੇ ਆਸ-ਪਾਸ ਦੇ ਏਰੀਏ ਦੇ ਵਿੱਚ, ਤਾਂ ਕਿਵੇਂ ਦਾ ਤੁਸੀਂ ਮਹਿਸੂਸ ਕਰਦੇ ਹੋ, ਕਿਉਂਕਿ ਤੁਹਾਡਾ ਵੀ ਇਲਾਕਾ ਜਿਹੜਾ ਇਹੀ ਹੈ? ਹਾਂਜੀ ਹਾਂਜੀ, ਬਿਲਕੁਲ। ਵੇਖੋ ਜੀ, ਇਸ ਇਲਾਕੇ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਮੇਨ ਗੱਲ ਉਹ ਸੀ ਇਸ ਇਲਾਕੇ ਦਾ ਉਜਾੜਾ। ਆਪਾਂ ਜਾਣਦੇ ਹਾਂ ਕਿ ਜਦੋਂ ਵੀ ਕਿਤੇ ਪੰਜਾਬ ਜਾਂ ਪਾਕਿਸਤਾਨ ਦੇ ਸੰਬੰਧ ਥੋੜ੍ਹੇ ਜਿਹੇ ਵਿਗੜਦੇ ਸਨ ਤੇ ਸਭ ਤੋਂ ਜ਼ਿਆਦਾ ਮਾਰ ਇੱਥੋਂ ਦੇ ਵਸਨੀਕਾਂ ਨੂੰ ਝੱਲਣੀ ਪੈਂਦੀ ਸੀ। ਇੱਕ ਵਾਰੀ ਐਲਾਨ ਕਰ ਦਿੱਤਾ ਜਾਂਦਾ ਸੀ ਕਿ ਜੰਗ ਹੋਣ ਵਾਲੀ ਹੈ, ਸਾਰੇ ਪਰਿਵਾਰ ਜਿਹੜੇ ਇੱਥੋਂ ਉੱਠ ਕੇ ਦੂਰ ਨੇੜੇ ਘਰਾਂ ਦੇ ਵਿੱਚ ਜਾ ਕੇ, ਜਿੱਥੇ ਉਹਨਾਂ ਦੇ ਕਿਤੇ ਰਿਸ਼ਤੇਦਾਰ ਹੁੰਦੇ ਸਨ, ਉੱਥੇ ਜਾ ਕੇ ਬੈਠ ਜਾਇਆ ਕਰਦੇ ਸਨ ਔਰ ਇੱਥੇ ਪਿੱਛੇ ਉਹਨਾਂ ਦੀ ਕੋਈ ਇੱਥੋਂ ਦੀ ਕੋਈ ਬਾਤ ਪੁੱਛਣ ਵਾਲਾ ਉਹਨਾਂ ਦਾ ਪਿੱਛੇ ਕੋਈ ਨਹੀਂ ਸੀ ਰਹਿ ਜਾਂਦਾ। ਸੋ ਇਹਨਾਂ ਹਾਲਾਤਾਂ ਦੇ ਵਿੱਚ ਇੱਥੋਂ ਦੇ ਵਸਨੀਕਾਂ ਨੂੰ, ਜਿਨ੍ਹਾਂ ਨੂੰ ਅਜੇ 2 ਵਕਤ ਦੀ ਰੋਟੀ ਖਾਣ ਦਾ ਉਹਨਾਂ ਦੇ ਕੋਲੇ ਸਮਾਂ ਨਹੀਂ ਹੈ, ਜਿਨ੍ਹਾਂ ਨੂੰ ਆਪਣੀ ਰੋਜੀ ਰੋਟੀ ਕਮਾਉਣ ਦਾ ਜਿਨ੍ਹਾਂ ਦੇ ਕੋਲੇ ਸਮਾਂ ਨਹੀਂ ਹੈ, ਮੈਂ ਸਮਝਦਾ ਕਿ ਕਿਸੇ ਧਰਮ ਦੇ ਨਾਲ ਵੀ ਜੁੜਨ ਦਾ ਉਹਨਾਂ ਦਾ ਸਵਾਲ ਉਦੋਂ ਪੈਦਾ ਨਹੀਂ ਸੀ ਹੁੰਦਾ। ਸੋ ਉਹਨਾਂ ਨੂੰ ਤੇ ਕੇਵਲ ਉਸ ਵੇਲੇ ਆਪਣੀ ਰੋਟੀ ਦਾ ਮਨੋਰਥ ਸੀ ਕਿ ਕਿਵੇਂ ਨਾ ਕਿਸੇ ਤਰੀਕੇ ਦੇ ਨਾਲ ਸਾਡੀ ਰੋਜੀ ਰੋਟੀ ਜਿਹੜੀ ਉਹ ਚੱਲ ਪਵੇ। ਤੋ ਉਸ ਹਾਲਾਤ ਦੇ ਵਿੱਚ ਇੱਥੇ ਕੋਈ ਬਹੁਤਾ ਸਿੱਖੀ ਦਾ ਪ੍ਰਚਾਰ ਨਹੀਂ ਸੀਗਾ, ਭਾਵੇਂ ਕਿ ਇਹ ਇਲਾਕਾ ਸਿੱਖੀ ਦੇ ਨਾਲ ਪ੍ਰਫੁੱਲਤ ਸੀ ਪੁਰਾਤਨ ਸਮੇਂ ਦੇ ਵਿੱਚ, ਪਰ ਜਿਹੜਾ ਉਹ 47 ਤੋਂ ਬਾਅਦ ਦਾ ਸਮਾਂ ਸੀ ਉਦੋਂ ਇੱਥੋਂ ਦੇ ਵਸਨੀਕਾਂ ਨੇ ਸਿੱਖੀ ਤੋਂ ਬਹੁਤ ਫਾਸਲਾ ਜਿਹੜਾ ਆਪਾਂ ਕਹਿ ਸਕਦੇ ਕਿ ਇੱਥੋਂ ਦੇ ਵਸਨੀਕਾਂ ਦਾ ਬਣਿਆ ਰਿਹਾ ਔਰ ਉਹਨਾਂ ਮਹਾਂਪੁਰਸ਼ਾਂ ਨੇ, ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਹੈ,
ਸੰਤ ਕਰਤਾਰ ਸਿੰਘ ਜੀ, ਬਾਬਾ ਸੋਹਣ ਸਿੰਘ ਜੀ ਭਿੱਖੀਵਿੰਡ ਵਾਲੇ ਔਰ ਹੋਰ ਇਤਿਹਾਦਿਕ ਇਹੋ ਜਿਹੇ ਜਿਹੜੇ ਮਹਾਂਪੁਰਸ਼ ਸਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਸ ਇਲਾਕੇ ਦੇ ਵਿੱਚ ਆਣ ਕੇ ਇੱਥੋਂ ਦੇ ਵਸਨੀਕਾਂ ਨੂੰ ਬਾਣੀ ਦੇ ਨਾਲ ਜੋੜਨ ਦੀ ਜਿਹੜੀ ਉਹ ਪ੍ਰੇਰਨਾ ਕੀਤੀ ਹੈ। ਬਾਬਾ ਦੀਪ ਸਿੰਘ ਮਹਾਂਪੁਰਸ਼ਾਂ ਦੇ ਜੀਵਨ ਦੇ ਬਾਰੇ ਇੱਥੋਂ ਦੀ ਸੰਗਤ ਨੂੰ ਜਾਣੂ ਕਰਵਾਇਆ ਕਿ ਇਸ ਇਲਾਕੇ ਦਾ, ਇਸ ਨਗਰ ਦਾ ਇੰਨਾ ਵੱਡਾ ਮਹਾਨ ਸੂਰਬੀਰ ਯੋਧਾ ਜਿਹਦੀ ਕੌਮ ਨੂੰ ਬੜੀ ਵੱਡੀ ਦੇਣ ਹੈ ਔਰ ਉਹਨਾਂ ਦੇ ਨਗਰ ਦੇ ਵਿੱਚ ਕਿਉਂ ਸੰਗਤ ਉਹਨਾਂ ਤੋਂ ਜਿਹੜੀ ਉਹ ਮੂੰਹ ਮੋੜੀ ਬੈਠੀ ਹੈ। ਸੋ ਉਹਨਾਂ ਮਹਾਂਪੁਰਸ਼ਾਂ ਦੇ ਯਤਨਾਂ ਦੇ ਰਾਹੀਂ ਇਸ ਜਗ੍ਹਾ ਦੇ ਉੱਪਰ ਸੰਗਤ ਨੂੰ ਜਿਹੜਾ ਗੁਰਸਿੱਖੀ ਦੇ ਨਾਲ ਜੋੜਿਆ ਗਿਆ ਔਰ ਬੜੀ ਜਦੋਂ ਉਹਨਾਂ ਨੇ ਪ੍ਰਚਾਰ ਕੀਤਾ ਹੈ ਤੇ ਬੜੀ ਵੱਡੀ ਗਿਣਤੀ ਦੇ ਵਿੱਚ ਜਿੱਥੇ ਕੋਈ ਦਿਖਦਾ ਨਹੀਂ ਸੀ ਕੇਸਰੀ ਪੱਗ ਵਾਲਾ, ਅੱਜ ਉਸ ਇਲਾਕੇ ਦਾ ਜਦੋਂ ਅਸੀਂ ਕਿਤੇ ਦੌਰਾ ਕਰਦੇ ਹਾਂ ਤੇ ਹਰ ਘਰ ਦੇ ਵਿੱਚ ਤੁਹਾਨੂੰ ਜ਼ਰੂਰ ਕੇਸਰੀ ਔਰ ਨੀਲੀ ਦਸਤਾਰ ਵਾਲਾ ਸਿੱਖ ਜਿਹੜਾ ਉਹ ਦਿਖਾਈ ਦੇਵੇਗਾ। ਗੱਲ ਕਰੀਏ ਸੰਗਤ ਜਿਹੜੀ ਆ ਹੁਣ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚਣ ਲੱਗ ਗਈ ਆ, ਆਉਣ ਲੱਗ ਗਈ ਆ ਸੰਗਤ, ਉਹਨਾਂ ਦੇ ਜਦੋਂ ਪਹੁੰਚਣ ਦੇ ਉੱਤੇ ਤੇ ਕੀ ਪ੍ਰਬੰਧ ਕੀਤੇ ਗਏ ਆ? ਜੇਕਰ ਕੋਈ ਕਿਸੇ ਨੂੰ ਦੇਰ ਵੀ ਹੋ ਜਾਂਦੀ ਹੈ, ਦੂਰੋਂ ਚੱਲ ਕੇ ਆਉਂਦਾ, ਤਾਂ ਕੀ ਪ੍ਰਬੰਧ ਹੈਗੇ ਨੇ ਇੱਥੇ? ਹਾਂਜੀ, ਕਿਉਂਕਿ ਜੇਕਰ ਆਪਾਂ ਪ੍ਰਬੰਧਾਂ ਦੀ ਗੱਲ ਕਰੀਏ, ਜਦੋਂ ਤੋਂ ਇਸ ਗੁਰਦੁਆਰਾ ਸਾਹਿਬਾਨ ਦੀ ਸਥਾਪਨਾ ਹੋਈ ਹੈ, ਪਹਿਲਾਂ ਬਾਬਾ ਖੜਕ ਸਿੰਘ ਜੀ ਸਤਿਕਾਰਯੋਗ ਉਹ ਸੇਵਾ ਕਰਦੇ ਰਹੇ ਨੇ। ਉਹਨਾਂ ਤੋਂ ਬਾਅਦ ਹੋਰ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਉਹ ਗਾਹੇ ਬਗਾਹੇ ਇੱਥੇ ਆਣ ਕੇ ਸੇਵਾ ਆਪਣੀ ਨਿਭਾਉਂਦੀਆਂ ਰਹੀਆਂ ਨੇ। ਹੁਣ ਤੋਂ ਜੇਕਰ ਮੌਜੂਦਾ ਸਮੇਂ ਦੀ ਆਪਾਂ ਗੱਲ ਕਰੀਏ ਤਾਂ ਤਕਰੀਬਨ 2000 ਸਨ ਤੋਂ ਮਾਤਾ ਕੌਲਾਂ ਜੀ ਭਲਾਈ ਟਰਸਟ ਜਿਹੜੇ ਉਹਨਾਂ ਦੇ ਸੇਵਾਦਾਰ ਜਿਹੜੇ ਨੇ ਉਹ ਇੱਥੇ ਸੇਵਾ ਕਰ ਰਹੇ ਨੇ। ਇੱਥੋਂ ਦਾ ਪ੍ਰਬੰਧ ਜਿਹੜਾ ਉਹ ਉਹਨਾਂ ਦੀ ਨਿਗਰਾਨੀ ਦੇ ਵਿੱਚ ਹੈ ਔਰ ਸੰਗਤ ਦੀ ਰਿਹਾਇਸ਼ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈ। ਸੰਗਤ ਜੇਕਰ ਕੋਈ ਰਾਤ ਬਰਾਤ ਗਾਹੇ ਬਗਾਹੇ ਜਦੋਂ ਵੀ ਇੱਥੇ ਪਹੁੰਚਦੀ ਹੈ, ਪਾਰਕਿੰਗ ਦਾ ਬਹੁਤ ਵਧੀਆ ਪ੍ਰਬੰਧ ਹੈ, ਰਿਹਾਇਸ਼ ਦਾ ਬਹੁਤ ਵਧੀਆ ਪ੍ਰਬੰਧ ਹੈ, ਬਾਥਰੂਮ ਤੱਕ ਜਿਹੜਾ ਨਹਾਉਣ ਤੱਕ ਦੀ ਜਿਹੜੀ ਸੁਵਿਧਾ, ਹਰ ਪ੍ਰਕਾਰ ਦੀ ਸੁਵਿਧਾ ਜਿਹੜੀ ਉਹ ਸੰਗਤ ਨੂੰ ਇੱਥੇ ਜਿਹੜੀ ਉਹ ਦਿੱਤੀ ਜਾ ਰਹੀ ਹੈ ਤਾਂ ਕਿ ਭਾਵੇਂ ਕੋਈ ਇਸ ਨੇੜੇ ਦੇ ਇਲਾਕੇ ਦਾ ਆਉਣ ਵਾਲਾ ਹੋਵੇ, ਭਾਵੇਂ ਦੂਰ ਦੇ ਇਲਾਕੇ ਦਾ ਆਉਣ ਵਾਲਾ ਹੋਵੇ, ਉਹਨੂੰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਹਰ ਕਿਸਮ ਦੀ ਸਹੂਲਤ ਜਿਹੜੀ ਹੈ ਉਹ ਮੁਹੱਈਆ ਕਰਵਾਈ ਜਾਵੇ। ਸੋ ਬਿਲਕੁਲ ਇਹ ਸਨ ਪ੍ਰੋਫੈਸਰ ਸੁਖਪਾਲ ਸਿੰਘ ਜੀ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਇੱਥੇ ਗੁਰਦੁਆਰਾ ਸਾਹਿਬ ਜਿਹੜਾ ਕਦੋਂ ਸਥਾਪਨਾ ਹੋਈ, ਕਿਵੇਂ ਸੰਗਤ ਜਿਹੜੀ ਆ ਜੁੜਨੀ ਸ਼ੁਰੂ ਹੋਈ ਤੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ ਦੇ ਉੱਤੇ ਅਸੀਂ ਇਸ ਸਥਾਨ ਦੇ ਉੱਤੇ ਪਹੁੰਚੇ ਹਾਂ ਤੇ ਤੁਹਾਨੂੰ ਦਰਸ਼ਨ ਦਿਦਾਰੇ ਕਰਵਾ ਰਹੇ ਹਾਂ। ਸੋ ਆਓ ਤੁਹਾਨੂੰ ਅੰਦਰ ਚੱਲ ਕੇ ਵੀ ਦਰਸ਼ਨ ਦਿਦਾਰੇ ਕਰਾਉਂਦੇ ਹਾਂ ਤੇ ਇਸ ਪਾਵਨ ਪਵਿੱਤਰ ਅਸਥਾਨ ਤੇ ਤੁਸੀਂ ਘਰ ਬੈਠੇ ਹੀ ਦਰਸ਼ਨ ਕਰ ਸਕਦੇ ਹੋ। ਸਤਿਨਾਮ ਸਮਾਈ ਗੁਰਮੁਖਾਂ ਨੂੰ ਫਲ ਪਾਏਗਾ, ਸਤਿਨਾਮ ਸਮਾਈ, ਸਤਿਨਾਮ ਸਮਾਈ, ਸਤਿਨਾਮ ਸਮਾਈ, ਤੇਰੀ ਵਡਿਆਈ, ਤੇਰੀ ਵਡਿਆਈ, ਤੇਰੀ ਵਡਿਆਈ, ਤੇਰੀ ਵਡਿਆਈ। ਛਾੜੇ ਖੇਤ ਪੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਗੀਤ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ
सो पहचानिए जो लरे दीन के गीत सूरा सो पहचानिए जो लरे दीन के गीत सूरा सो पहचानिए जो लरे दीन के गीत पुरजा पुरजा काट मरे कबू नशा देखे कबहू नशा देखे सूरा सो पहचानिए जो लरे दीन के गीत सूरा सो पहचानिए जो लरे दीन के गीत सो पहचानिए सूरा सो पहचानिए जो लरे दीन के गीत जो लरे दीन ਸੋ ਦੇਸ਼ ਵਿਦੇਸ਼ ਦੀ ਸਿੱਖ ਸੰਗਤ ਨੇ ਸਿੱਖ ਚੈਨਲ ਦੇ ਰਾਹੀਂ ਦਰਸ਼ਨ ਦਿਦਾਰੇ ਕੀਤੇ ਹੈ। ਜਨਮ ਸਥਾਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਪਿੰਡ ਪਹੂਵਿੰਡ ਵਿਖੇ ਅਸੀਂ ਪਹੁੰਚੇ ਸੀਗੇ। ਧਾਰਮਿਕ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸਾਹਿਬ ਇੱਥੇ ਸੁਭਾਈਮਾਨ ਹੈ। ਸੋ ਆਪ ਜੀ ਨੇ ਦਰਸ਼ਨ ਦਿਦਾਰੇ ਕੀਤੇ, ਇਤਿਹਾਸ ਜਿਹੜਾ ਆ ਉਹ ਸਰਵਣ ਕੀਤਾ। ਇਸ ਗੁਰਦੁਆਰਾ ਸਾਹਿਬ ਦੀ ਕਦੋਂ ਸਥਾਪਨਾ ਹੋਈ, ਸਾਰੇ ਪੱਖਾਂ ਤੋਂ ਹੀ ਅਸੀਂ ਦੇਸ਼ ਵਿਦੇਸ਼ ਦੀ ਸਿੱਖ ਸੰਗਤ ਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਸੋ ਇਹ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ, ਸੋ ਇਸ ਦੀ ਜਾਣਕਾਰੀ ਜਿਹੜੀ ਆ ਫੀਡਬੈਕ ਰਾਹੀਂ ਸਾਨੂੰ ਜ਼ਰੂਰ ਦੇਣਾ। ਸੋ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।